ਸਤਨਾਮ ਵਾਹਿਗੁਰੂ ਜੀਓ। ਤੂੰ ਬੇਅੰਤ ਕੋ ਵਿਰਲਾ ਜਾਣੈ, ਗੁਰ ਪ੍ਰਸਾਦ ਕੋ ਸ਼ਬਦ ਪਛਾਣੈ। ਤੇਰੇ ਗੁਣ ਬਹੁਤੇ ਮੈਂ ਏਕ ਨਾ ਜਾਣਿਆ, ਮੈਂ ਮੂਰਖ ਕਿਛ ਦੀਜੈ। ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ, ਸੁਣ ਮੇਰੇ ਸਾਹਿਬਾ। ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ, ਡੁੱਬਦਾ ਪੱਥਰ ਲੀਜੈ। ਸਤਿਕਾਰਯੋਗ ਗੁਰੂ ਸਵਾਰੀ ਸਾਧ ਸੰਗਤ ਜੀਓ, ਧੰਨ ਸਤਿਗੁਰੂ ਗੁਰੂ ਤੇਗ ਬਹਾਦਰ ਪਿਤਾ ਮਹਾਰਾਜ, ਜੋ ਬਾਬਾ ਬਕਾਲਾ ਸਾਹਿਬ ਜੀ ਦੀ ਪਾਕ ਪਵਿੱਤਰ ਧਰਤੀ 'ਤੇ ਸੁਭਾਇਮਾਨ ਹਨ, ਉਹਨਾਂ ਦੇ ਦਰਸ਼ਨ ਦੀਦਾਰ ਇਤਿਹਾਸਕ ਵਿਚਾਰਾਂ ਰਾਹੀਂ ਕਰਨ ਦਾ ਯਤਨ ਪ੍ਰਾਰੰਭ ਕੀਤਾ ਹੈ। ਆਓ ਸਾਰੀ ਸੰਗਤ ਧੰਨ ਗੁਰੂ ਤੇਗ ਬਹਾਦਰ ਸਾਹਿਬ ਪਿਤਾ ਦੇ ਚਰਨਾਂ ਦਾ ਧਿਆਨ ਧਰੀਏ, ਅਰਜ਼ੋਈ ਕਰੀਏ ਸਤਿਗੁਰੂ ਸਾਨੂੰ ਵੀ ਕਿਰਪਾ ਕਰਕੇ ਅੰਦਰੋਂ ਜੋੜ ਕੇ ਬਿਠਾਓ। ਸਾਡਾ ਭੁੱਲਿਆ ਭਟਕਿਆ ਹੋਇਆ ਮਨ ਚਾਰ ਚਫੇਰੇ ਤੋਂ ਸੰਕੋਚ ਕੇ ਆਪਣੇ ਚਰਨਾਂ ਵਿੱਚ ਜੋੜੋ। ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 10 ਗੁਰੂ ਸਾਹਿਬਾਨਾਂ ਵਿੱਚੋਂ ਇਹ ਪਹਿਲੀ ਵਾਰ ਇਹ ਘਟਨਾ ਘਟੀ ਕਿ ਜਦੋਂ ਸਤਿਗੁਰੂ ਪਾਤਸ਼ਾਹ ਜੀ ਅਗਲੇ ਪਾਵਨ ਪਵਿੱਤਰ ਸਰੂਪ ਅੰਦਰ ਜਦੋਂ ਜੋਤ ਟਿਕਾਣੀ ਹੈ ਤੇ ਸਰੀਰ ਕਰਕੇ ਸਤਿਗੁਰਾਂ ਨੇ ਆਪਣੇ ਕੋਲ ਨਹੀਂ ਬੁਲਾਇਆ। ਗੁਰੂ ਹਰਕ੍ਰਿਸ਼ਨ ਸਾਹਿਬ ਪਿਤਾ ਜੀ ਮਹਾਰਾਜ ਦਿੱਲੀ ਵਿਖੇ ਸੁਭਾਇਮਾਨ ਨੇ। ਗੁਰੂ ਤੇਗ ਬਹਾਦਰ ਸਾਹਿਬ ਜੀ ਬਾਬਾ ਬਕਾਲਾ ਪੰਜਾਬ ਦੀ ਧਰਤੀ 'ਤੇ ਬਿਰਾਜਮਾਨ ਨੇ। ਸਤਿਗੁਰੂ ਗੁਰੂ ਹਰਕ੍ਰਿਸ਼ਨ ਸਾਹਿਬ ਪਿਤਾ ਜੀ ਜੋਤੀ ਜੋਤ ਸਮਾਨ ਤੋਂ ਪਹਿਲਾਂ ਗੁਰਤਾ ਗੱਦੀ ਦੇ ਲਈ ਬਚਨ ਅਤੇ ਨਾਲ ਉਹਨਾਂ ਨੇ ਜੋ ਗੁਰਤਾ ਗੱਦੀ ਵੇਲੇ ਰਸਮ ਕੀਤੀ ਜਾਂਦੀ, ਉਹ ਪਿਆਰ ਵਾਲੇ ਗੁਰਸਿੱਖਾਂ ਦੇ ਹਵਾਲੇ ਕਰਕੇ ਇੱਕ ਭੇਦ ਜਿਹਾ ਰੱਖਿਆ ਅਤੇ ਬਚਨ ਕੀਤਾ, ਬਾਬਾ ਬਕਾਲੇ। ਸੰਗਤ ਦੇ ਪੁੱਛਣ ਤੋਂ ਮਤਲਬ ਸੀ, ਮਹਾਰਾਜ ਆਪ ਜੀ ਚੋਲਾ ਬਦਲਣ ਲੱਗੇ ਹੋ, ਕਿੰਨਾ ਜਗਤ ਦਾ ਭਲਾ ਕੀਤਾ ਇੰਨੀ ਛੋਟੀ ਉਮਰ ਦੇ ਅੰਦਰ। ਸਤਿਗੁਰੂ ਜੀ ਜਗਤ ਦਾ ਦੁੱਖ ਦੂਰ ਕਰਦਿਆਂ ਆਪਣਾ ਆਪ ਕੁਰਬਾਨ ਕਰ ਰਹੇ ਹੋ। ਉਸ ਤੋਂ ਬਾਅਦ ਇਹ ਜੋਤ ਕਿਹੜੇ ਪਾਵਨ ਪਵਿੱਤਰ ਸਰੂਪ ਵਿੱਚ ਵਰਤੇਗੀ? ਮਹਾਰਾਜ ਜੀ ਨੇ ਨਾਮ ਨਹੀਂ ਲਿਆ ਕਿ ਗੁਰੂ ਤੇਗ ਬਹਾਦਰ ਸਾਹਿਬ ਅੰਦਰ, ਨਹੀਂ, ਬਾਬਾ ਬਕਾਲਾ ਸ਼ਬਦ ਵਰਤੇ ਹੈ। ਪਿਆਰ ਵਾਲਿਆਂ ਨੂੰ ਪਤਾ ਹੈ ਹੁਕਮ ਦਾ ਵੀ ਸੋਝੀ ਵੀ ਹੈ, ਪਰ ਗੁਰੂ ਕੇ ਪਿਆਰਿਓ, ਜਿਨ੍ਹਾਂ ਲੋਕਾਂ ਦੇ ਅੰਦਰ ਕੂੜ ਨੂੰ ਪਿਆਰ ਕਰਨ ਦੀ ਆਦਤ ਪੈ ਜਾਵੇ, ਉਹ ਹਮੇਸ਼ਾ ਇਹਨਾਂ ਗੱਲਾਂ ਦਾ ਨਜਾਇਜ਼ ਫਾਇਦਾ ਉਠਾਉਂਦੇ। ਪਰ ਇੱਕ ਸਤਿਗੁਰਾਂ ਨੇ ਸਿੱਖਿਆ ਦੇਣੀ ਸੀ। ਪਹਿਲੇ ਗੁਰੂ ਸਾਹਿਬਾਨ ਗੁਰੂ ਅੰਗਦ ਸਾਹਿਬ ਜੀ ਨੂੰ ਕੋਲ ਬੁਲਾ ਕੇ ਗੁਰਤਾ ਗੱਦੀ ਬਖਸ਼ਦੇ। ਇਸੇ ਤਰ੍ਹਾਂ ਗੁਰੂ ਅਮਰਦਾਸ ਮਹਾਰਾਜ, ਗੁਰੂ ਰਾਮਦਾਸ ਸਾਹਿਬ ਪਿਤਾ ਜੀ, ਗੁਰੂ ਅਰਜਨ ਸਾਹਿਬ ਜੀ, ਛੇਵੇਂ ਪਾਤਸ਼ਾਹ ਜੀ ਨੂੰ
ਗੁਰਤਾ ਗੱਦੀ ਤੇ ਬਿਠਾ ਕੇ ਪੰਚਮ ਪਿਤਾ ਲਾਹੌਰ ਸ਼ਹਾਦਤ ਲਈ ਤੁਰਦੇ ਹਨ। 7ਵੀਂ ਤੇ 8ਵੀਂ ਗੁਰਦੇਵ ਦੀ ਖਜੂਰੀ ਅੰਦਰ ਇਹ ਹੁਣ ਪਹਿਲੀ ਵਾਰ ਹੈ ਭਈ ਸਤਿਗੁਰੂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਬਚਨ ਕੀਤਾ ਬਾਬਾ ਬਕਾਲੇ ਤੋ ਉਧਰ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਜੋਤੀ ਜੋਤ ਸਮਾ ਗਏ ਹਨ। ਇਧਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਵਿੱਤਰ ਸਰੂਪ ਅੰਦਰ ਜੋਤ ਜਗਮਗਾ ਉੱਠੀਏ। ਪਰ ਸਤਿਗੁਰੂ ਜੀ ਜੋਤ ਅੰਦਰ ਆ ਗਈ। ਪੂਰੇ ਸ੍ਰਿਸ਼ਟੀ ਦਾ ਕਰਤਾ ਧਰਤਾ ਦੀ ਤਾਕਤ ਅੰਦਰ ਏ। ਖੁਦ ਅਕਾਲ ਪੁਰਖ ਵਰਤ ਰਹੇ ਹਨ। ਪਰ ਕਿਤਨਾ ਸਬਰ ਸੰਤੋਖ ਟਿਕਾਓ ਰੌਲਾ ਨਹੀਂ ਪਾਇਆ। ਕੋਈ 2-4 ਸੇਵਕਾਂ ਦੇ ਰਾਹੀਂ ਮਸ਼ਹੂਰੀਆਂ ਨਹੀਂ ਕਰਵਾਈਆਂ ਗਈਆਂ। ਇਹੋ ਹੀ ਤਾਂ ਦੁਨੀਆਦਾਰੀ ਤੇ ਰੱਬ ਦੇ ਪਿਆਰਿਆਂ ਦਾ ਫਰਕ ਹੁੰਦਾ। ਦੁਨੀਆਦਾਰਾਂ ਨੂੰ ਕੁਛ ਮਿਲੇ, ਕੋਈ ਪਦਵੀ ਮਿਲੇ, 4 ਕੌਡੀਆਂ ਮਿਲਣ, ਉਹ ਚਾਹੁੰਦੇ ਇੱਕਦਮ ਬਹੁਤ ਲੋਕਾਂ ਨੂੰ ਪਤਾ ਲੱਗੇ ਵੀ ਸਾਡੇ ਕੋਲ ਇੰਨਾ ਕੁਝ ਹੈ। ਪਰ ਜਦੋਂ ਕੋਈ ਪਰਮੇਸ਼ਰ ਦੇ ਘਰੋਂ ਕਿਸੇ ਨੂੰ ਦਾਤ ਮਿਲਦੀ ਤੇ ਉਹਦਾ ਅੰਦਰ ਲੁਕਦਾ ਛਿਪਦਾ ਇਕੱਲਾ ਹੁੰਦਾ ਵੀ ਕਿਸੇ ਨੂੰ ਪਤਾ ਨਾ ਲੱਗੇ। ਪਰਦਾ ਪਾਉਂਦਾ ਉੱਪਰ, ਛਿਪ ਕੇ ਰਹਿੰਦਾ। ਇਹ ਰੱਬ ਦਾ ਸੁਭਾਅ ਹੈ। ਸਾਰੀ ਸ੍ਰਿਸ਼ਟੀ ਨੂੰ ਆਪ ਚਲਾ ਰਿਹਾ ਹੈ, ਪਰ ਸਾਹਮਣੇ ਨਹੀਂ ਆਉਂਦਾ। ਗੁਪਤ ਤੌਰ 'ਤੇ ਉਹ ਆਪ ਵਰਤਦਾ ਹੈ। ਉਸੇ ਤਰ੍ਹਾਂ ਮਹਾਰਾਜ ਜੀ ਅੰਦਰ ਗੁਪਤ ਵਰਤ ਰਹੇ ਹਨ। ਪਰ ਹੋਇਆ ਕਿ ਇਸ ਬਾਬਾ ਬਕਾਲਾ ਸਾਹਿਬ ਦੇ ਅੰਦਰ ਹੋਰ ਵੀ ਜਿਵੇਂ ਬਾਬਾ ਧੀਰਮਲ ਖਾਨ ਜਾਂ ਹੋਰ ਅਨੇਕਾਂ ਜਿਹੜੇ ਕੁਛ ਕਮਾਈਆਂ ਜਾਂ ਕੁਛ ਗੁਰੂ ਪਰਿਵਾਰ ਦੇ ਨੇੜੇ ਸੀ, 22 ਮੰਜੀਆਂ ਲਾ ਕੇ ਬਹਿ ਜਾਂਦੇ ਹਨ ਅਤੇ ਚੇਲਿਆਂ ਨੂੰ ਕਹਿ ਕੇ ਸੰਗਤਾਂ ਨੂੰ ਗੁੰਮਰਾਹ ਕਰਦੇ ਵੀ ਅਸੀਂ ਪੂਰੇ ਗੁਰੂ ਹਾਂ। ਪਰ ਜਿਹੜਾ ਪੂਰਾ ਗੁਰੂ ਹੈ ਉਹ ਭੋਰੇ ਵਿੱਚ ਅਡੋਲ ਬੈਠਾ ਹੈ। ਉਹ ਕਿਸੇ ਨੂੰ ਕੁਝ ਕਹਿ ਨਹੀਂ ਰਹੇ। ਜਦੋਂ ਫੁੱਲ ਅਸਲੀ ਹੋਵੇ ਤੇ ਭੋਰਿਆਂ ਨੂੰ ਕਹਿਣਾ ਨਹੀਂ ਪੈਂਦਾ ਵੀ ਭੋਰਿਓ ਆ ਜਾਓ ਮੇਰੇ ਕੋਲ ਸੁਗੰਧੀ ਲਵੋ। ਜੇ ਬਨੌਟੀ ਫੁੱਲ ਹੋਏਗਾ ਭੋਰੇ ਨੇ ਆਉਣਾ ਹੀ ਨਹੀਂ। ਪਰ ਜੇ ਅਸਲੀ ਹੈ ਤੇ ਭੋਰੇ ਆਪਣੇ ਆਪ ਆਉਣਗੇ। ਜੇ ਖੰਡ ਰੁੜੀ ਹੋਵੇ ਕੀੜੀਆਂ ਆਪਣੇ ਆਪ ਆਉਂਦੀਆਂ ਨੇ। ਸ਼ਮਾ ਬਲਦੀ ਹੋਵੇ ਪਤੰਗੇ ਕੁਰਬਾਨ ਹੋਣ ਲਈ ਆਪਣੇ ਆਪ ਆਉਂਦੇ ਨੇ। ਜੇ ਅੰਦਰ ਸੱਚ ਪ੍ਰਗਟ ਹੋਵੇ ਤੇ ਸੱਚ ਦੀ ਮੁਤਲਾਸ਼ੀ ਜਗਤ ਦੇ ਲੋਕ ਆਪਣੇ ਆਪ ਹੀ ਉਹਨਾਂ ਕੋਲ ਪਹੁੰਚਦੇ ਨੇ। ਜਦੋਂ ਇੱਥੇ ਸਤਿਗੁਰੂ ਜੀ ਦੇ ਕੋਲ ਗੁਰਤਾ ਗੱਦੀ ਆਈ ਏ, ਗੱਲ ਨੂੰ ਥੋੜ੍ਹਾ ਸੰਖੇਪ ਵਿੱਚ ਕਰਾਂ। 11 ਅਗਸਤ 1664 ਨੂੰ ਭਾਈ ਦਰਗਾਹ ਮੱਲ ਜੀ ਜੋ ਹਨ, ਉਹਨਾਂ ਨੇ ਆ ਕੇ ਗੁਰਤਾ ਗੱਦੀ ਦੀ ਰਸਮ ਅਦਾ ਕਰ ਦਿੱਤੀ ਹੈ। ਪਰ ਫਿਰ ਵੀ ਸਤਿਗੁਰੂ ਅੰਦਰ ਭੋਰੇ ਵਿੱਚ ਰਹੇ ਨੇ। ਮਾਤਾ ਨਾਨਕੀ, ਮਾਤਾ ਗੁਜਰੀ ਜੀ, ਹੋਰ ਕੁਝ ਗੁਰੂ ਕੇ ਪਿਆਰ ਵਾਲਿਆਂ ਨੂੰ ਦੇ ਸਾਹਮਣੇ ਇਹ ਸਾਰੀ ਰਸਮ ਅਦਾ ਕੀਤੀ। ਪਰ ਸਤਿਗੁਰੂ ਅੰਦਰ ਮੌਜੂਦ ਨੇ। ਮੈਂ ਇੱਥੇ ਇੱਕ ਗੱਲ ਅੱਜ ਦੇ ਇਹਨਾਂ ਬਚਨਾਂ ਵਿੱਚ ਵਿਚਾਰਨਾ ਚਾਹੁੰਦਾ ਵਾਂ। ਸਤਿਗੁਰੂ ਅੰਦਰ ਨੇ। 4 ਚਫੇਰੇ ਪਖੰਡੀ ਲੋਕ ਨੇ ਪਰ ਉਹ ਸਤਿਗੁਰੂ ਜੀ ਨੂੰ ਪ੍ਰਗਟ ਕਰਨਾ ਹੈ ਅਤੇ ਪ੍ਰਗਟ ਕਰਨ ਦੀ ਸੇਵਾ ਮਿਲੀ ਇੱਥੇ ਬਾਬਾ ਮੱਖਣ ਸ਼ਾਹ ਜਾਂ ਭਾਈ ਮੱਖਣ ਸ਼ਾਹ ਲੁਬਾਣਾ ਜੀ। ਭਾਈ ਮੱਖਣ ਸ਼ਾਹ ਲੁਬਾਣਾ ਜੀ ਇਹ ਪਿੰਡ ਮੋਟਾ ਪਰਗਣਾ ਮੁਜ਼ੱਫਰਾਬਾਦ ਕਸ਼ਮੀਰ 'ਤੇ ਰਹਿਣ ਵਾਲੇ ਸਨ। ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਚਰਨਾਂ 'ਚੋਂ ਸਿੱਖੀ ਦੀ ਦਾਤ ਲਈ ਪ੍ਰੋਫੈਸਰ ਪਿਆਰਾ ਸਿੰਘ ਜੀ ਪਦਮ ਲਿਖਦੇ ਨੇ। 7ਵੇਂ ਗੁਰਦੇਵ ਪਿਤਾ ਜੀ ਕਸ਼ਮੀਰ ਜਦੋਂ ਗਏ ਤੇ ਕਈ ਮਖੀਨੇ ਇਸ ਮੱਖਣ ਸ਼ਾਹ ਲੁਬਾਣਾ ਜੀ ਦੇ ਕੈਂਪ ਟਾਂਡੇ ਵਿੱਚ ਸਤਿਗੁਰੂ ਜੀ ਬਿਰਾਜਮਾਨ ਹੁੰਦੇ। ਉਹ ਬਾਬਾ ਮੱਖਣ ਸ਼ਾਹ ਜੀ ਜਦੋਂ ਵਪਾਰੀ ਸਨ, ਆਪ ਜੀ ਜਾਣ ਦੇ ਬੇੜੇ ਵਿੱਚ ਸਮਾਨ ਲੱਦਿਆ। ਜਦੋਂ ਝੱਖੜ ਆਏ ਨੇ, ਸਮੁੰਦਰੀ ਤੂਫਾਨ ਹੈ, ਬੇੜਾ ਡੋਲ ਖੋ ਰਿਹਾ। ਹੁਣ ਕੋਈ ਸਹਾਰਾ ਨਹੀਂ ਭਈ ਇਸ ਡੁੱਬਦੇ ਬੇੜੇ ਨੂੰ ਕੌਣ ਬਚਾਏਗਾ। ਉਦੋਂ ਇੱਕਦਮ ਧਿਆਨ ਸਤਿਗੁਰੂ ਵੱਲ ਖਿੱਚਿਆ ਗਿਆ। ਸਾਹਿਬਾ, ਡੁੱਬਦਾ ਬੇੜਾ ਜੇ ਬੰਨੇ ਕੋਈ ਲਾ ਸਕਦਾ ਤੇ ਕੇਵਲ ਤੁਸੀਂ ਲਾ ਸਕਦੇ ਹੋ, ਹੋਰ ਕੋਈ ਨਹੀਂ। ਇਹ ਯਾਦ ਰੱਖੀਏ, ਭਾਵੇਂ ਬੇੜਾ ਸਾਗਰ ਵਿੱਚ ਹੋਵੇ ਤੇ ਭਾਵੇਂ ਇਹ ਜੀਵਨ ਦਾ ਬੇੜਾ ਭਵ ਸਾਗਰ ਵਿੱਚ ਹੋਵੇ, ਸਤਿਗੁਰੂ ਤੋਂ ਬਗੈਰ ਇਸ ਬੇੜੇ ਨੂੰ ਬੰਨੇ ਨਹੀਂ ਕੋਈ ਲਾ ਸਕਦਾ। ਸਤਿਗੁਰੂ ਜੀ ਨੇ ਗੁਰਬਾਣੀ ਵਿੱਚ ਬਚਨ ਕੀਤਾ ਹੈ,
ਸਾਹਿਬ ਕਹਿੰਦੇ ਜ਼ਿੰਦਗੀ ਵੀ ਇੱਕ ਬੇੜੇ ਦੀ ਨਿਆਇਕ ਹੈ। ਜੇ ਬੇੜੀ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ 'ਤੇ, ਇੱਕ ਕਿਨਾਰੇ ਤੋਂ ਦੂਸਰੇ ਕਿਨਾਰੇ ਪਹੁੰਚਦੇ, ਸਾਡੀ ਜ਼ਿੰਦਗੀ ਦਾ ਕਿਨਾਰਾ ਜਨਮ, ਦੂਸਰਾ ਮੌਤ 'ਤੇ। ਜੇ ਇਸ ਬੇੜੇ ਦੇ ਅੰਦਰ ਅਸੀਂ ਨਾਮ ਜਪਾਂਗੇ, ਗੁਰਬਾਣੀ ਪੜ੍ਹਾਂਗੇ, ਅਕਾਲ ਪੁਰਖ ਦੀ ਯਾਦ ਨੂੰ ਵਸਾਵਾਂਗੇ, ਇਹ ਬੇੜਾ ਭਵਸਾਗਰ ਤੋਂ ਪਾਰ ਹੋ ਅਕਾਲ ਪੁਰਖ ਦੇ ਘਰ ਪਹੁੰਚੇਗਾ। ਅਤੇ ਜੇ ਇਹ ਬੇੜਾ ਵਿਸ਼ੇ ਵਿਕਾਰਾਂ ਦੀਆਂ ਲਹਿਰਾਂ ਵਿੱਚ ਹੀ ਡੁੱਬ ਗਿਆ ਤੇ ਮੌਤ ਹੋ ਕੇ ਮੜੀਆਂ 'ਚ ਪਹੁੰਚਾਂਗੇ। ਬੇੜਾ ਜਾਏਗਾ, ਚਾਹੇ ਮੜੀਆਂ 'ਚ ਲੈ ਜਾਓ ਅਤੇ ਚਾਹੇ ਇਸ ਨੂੰ ਦਰਗਾਹ ਵਿੱਚ ਲੈ ਜਾਓ। ਸਾਨੂੰ ਹੁਕਮ ਹੈ ਇਹ ਜੀਵਨ ਦਾ ਬੇੜਾ ਸੰਭਾਲ ਕੇ ਰੱਖੀਏ, ਇਹਨੂੰ ਡੁੱਬਣ ਨਹੀਂ ਦੇਣਾ। ਆਪ ਜੀ ਰਹਿਰਾਸ ਦਾ ਪਾਠ ਕਰਦੇ ਹੋ, ਉਹਦੇ ਵਿੱਚ ਸਤਿਗੁਰਾਂ ਨੇ ਇੱਕ ਬਚਨ ਕੀਤਾ ਹੈ। ਸਾਹਿਬ ਕਹਿੰਦੇ ਤਿਤ ਸਰਵਰੜੈ ਭਈਲੇ ਨਿਵਾਸਾ, ਪਾਣੀ ਪਾਵਕ ਤਿਨੈ ਕੀਆ, ਪੰਕਜ ਮੋ ਪਗ ਨਹੀਂ ਚਾਲੈ, ਹਮ ਦੇਖਾ ਤਹ ਡੂਬੀ ਅਲੇ। ਕਹਿੰਦੇ ਇਹ ਜਿਹੜੀ ਦੁਨੀਆ ਹੈ ਨਾ, ਇੱਕ ਸਰੋਵਰ ਦੀ ਨਿਆਇਕ ਹੈ, ਤਲਾਬ ਹੈ, ਪਰ ਇਹਦੇ ਵਿੱਚ ਤ੍ਰਿਸ਼ਨਾ ਦਾ ਪਾਣੀ, ਮੋਹ ਦਾ ਚਿੱਕੜ, ਦੋ ਚੀਜ਼ਾਂ ਨੇ ਜਿਹਦੇ 'ਚ ਅਸੀਂ ਰਹਿ ਰਹੇ ਹਾਂ। ਤ੍ਰਿਸ਼ਨਾ ਦੀਆਂ ਲਹਿਰਾਂ, ਇੱਕ ਇੱਕ ਲਹਿਰ ਇੰਨੀ ਜ਼ਬਰਦਸਤ ਹੈ, ਬੰਦੇ ਦਾ ਜੀਵਨ ਬਰਬਾਦ ਕਰਕੇ ਰੱਖ ਦਿੰਦੀ ਹੈ। ਇਸੇ ਤਰ੍ਹਾਂ ਮੋਹ ਦਾ ਚਿੱਕੜ ਉਦੋਂ ਵੱਧ ਸਾਹਿਬ ਕਹਿੰਦੇ ਇਹਦੇ ਵਿੱਚ ਦੁਨੀਆ ਤੁਰ ਰਹੀ ਹੈ। ਅਸੀਂ ਵੇਖਦੇ ਹਾਂ ਇਹਦੇ 'ਚ ਲੋਕ ਰਸਤੇ 'ਚ ਡੁੱਬ ਜਾਂਦੇ ਨੇ, ਮੋਹ 'ਚ, ਤ੍ਰਿਸ਼ਨਾ ਦੀਆਂ ਲਹਿਰਾਂ ਬਰਬਾਦ ਕਰਦੀਆਂ ਨੇ। ਕਹਿੰਦੇ ਮਨ ਏਕ ਨ ਚੇਤ ਸਮੂੜ ਮਨਾ ਖਰ ਬਿਸਰਤ ਤੇਰੇ ਗੁਣ ਗਲਿਆ, ਮੂਰਖ ਮਨਾ ਜੇ ਰੱਬ ਨੂੰ ਚੇਤਾ ਕਰੇ ਤੇ ਤੂੰ ਡੁੱਬੇਗਾ ਨਹੀਂ, ਤੈਨੂੰ ਕੋਈ ਤਾਰਨ ਵਾਲਾ ਮਿਲੇਗਾ। ਸਤਿਗੁਰਾਂ ਦੇ ਬਚਨ ਨੇ, ਬਾਜ ਗੁਰੂ ਡੁੱਬਾ ਜਗ ਸਾਰਾ, ਗੁਰੂ ਤੋਂ ਬਗੈਰ ਜਗ ਡੁੱਬਦਾ ਕਾਹਦੇ 'ਚ, ਮੋਹ 'ਚ, ਤ੍ਰਿਸ਼ਨਾ ਦੀਆਂ ਲਹਿਰਾਂ। ਹਾਂ, ਇਹਦੇ 'ਚੋਂ ਕੱਢਦਾ ਪੂਰਾ ਸਤਿਗੁਰੂ। ਬਾਬਾ ਮੱਖਣ ਸ਼ਾਹ ਨੇ ਅਰਦਾਸ ਕਰਨ ਤੋਂ ਪਹਿਲਾਂ ਜਪਜੀ ਸਾਹਿਬ ਦਾ ਪਾਠ ਕੀਤਾ। ਅਰਦਾਸ ਕੀਤੀ ਧੁਰ ਅੰਦਰੋਂ, ਸਤਿਗੁਰੂ ਜੀਓ ਤੁਹਾਡੇ ਤੋਂ ਬਗੈਰ ਕੋਈ ਮੇਰਾ ਨਹੀਂ। ਜਦੋਂ ਹੀ ਅਰਦਾਸ ਕੀਤੀ ਹੈ, ਬੇੜਾ ਜਿਹੜਾ ਡੋਲ ਰਿਹਾ ਸੀ ਉਹ ਟਿਕ ਗਿਆ ਹੈ, ਤੁਰਿਆ ਹੈ, ਮੰਜ਼ਿਲ 'ਤੇ ਪਹੁੰਚਿਆ। ਆ ਕੇ ਭਾਲ ਕੀਤੀ, ਅੰਦਰੋਂ ਇੱਕ ਫੁਰਨਾ ਜਿਹਾ ਨਿਕਲਿਆ। ਸਤਿਗੁਰੂ 500 ਮੋਹਰਾਂ ਗੁਰੂ ਕੇ ਖਜ਼ਾਨੇ ਸੰਗਤ ਦੀ ਸੇਵਾ ਵਿੱਚ ਹਾਜ਼ਰ ਕਰਾਂਗਾ, ਮੇਰੇ 'ਤੇ ਮਿਹਰ ਕਰੋ। ਬੰਦੇ ਕੋਲ ਇਹ ਤਰੀਕਾ ਹੁੰਦਾ, ਕੁਛ ਦੇਣ ਲਈ ਤਰਲਾ ਕਰਦਾ, ਪ੍ਰਵਾਨ ਖੋਈ ਹੈ। ਜਦੋਂ ਪਤਾ ਲੱਗਾ ਗੁਰੂ ਤੇਗ ਬਹਾਦਰ ਸਾਹਿਬ ਜੀ, ਭਈ ਸਤਿਗੁਰਾਂ ਨੇ ਬਚਨ ਤੇ ਨਹੀਂ ਕਿਹਾ ਬਾਬਾ ਬਕਾਲਾ। ਜਦੋਂ ਬਕਾਲੇ ਪਹੁੰਚਿਆ ਤੇ ਉੱਥੇ ਅਨੇਕਾਂ ਗੁਰੂ ਬੈਠੇ ਨੇ, ਬਹੁਤ ਮੁਸ਼ਕਲ। ਅਤੇ ਫਿਰ ਇਹਨੇ ਤਰੀਕਾ ਜੁਗਤੀ ਇਹਨੂੰ ਲੱਭੇ ਵੀ ਪੂਰੇ ਗੁਰੂ ਤੱਕ ਕਿਵੇਂ ਪਹੁੰਚਿਆ ਜਾ ਸਕਦਾ ਹੈ। ਬਸ ਉਹ ਜੁਗਤੀ ਦੀ ਅੱਜ ਅਸੀਂ ਵਿਚਾਰ ਕਰਨੀ ਏ। ਜਿਵੇਂ ਸਤਿਗੁਰੂ ਭੋਰੇ ਦੇ ਅੰਦਰ ਨੇ, ਬਾਹਰ ਦੁਨੀਆਦਾਰ ਨੇ, ਇਸੇ ਤਰ੍ਹਾਂ ਗੁਰੂ ਪਰਮੇਸ਼ਰ ਹਰ ਮਨੁੱਖ ਦੇ ਅੰਦਰ ਬਿਰਾਜਮਾਨ ਨੇ, ਪਰ ਬਾਹਰ ਦੁਨੀਆ। ਇਹ ਜਿਹੜੇ 9 ਇੰਦਰੇ ਨੇ ਸਾਡੇ, ਇਹ ਬਾਹਰਮੁਖੀ ਦੁਨੀਆ ਵੱਲ ਖੁੱਲ੍ਹਦੇ ਨੇ। ਜਦੋਂ ਜਿੱਥੇ ਗੁਰੂ ਪਰਮੇਸ਼ਰ ਜੀ ਰਹਿੰਦੇ ਅੰਦਰ, ਉਹ 10ਵਾਂ ਦੁਆਰ, ਉਹ ਗੁਪਤ ਏ। ਪੜ੍ਹਦੇ ਨਾ ਆਨੰਦ ਸਾਹਿਬ ਅੰਦਰ, 9 ਦੁਆਰੇ ਪ੍ਰਗਟ ਕੀਏ, 10ਵਾਂ ਗੁਪਤ ਰਖਾਇਆ। ਅੰਦਰੋਂ ਸਤਿਗੁਰੂ ਜੀ ਨੂੰ ਪ੍ਰਗਟ ਕਰਨਾ ਹੈ। ਬਾਬਾ ਮੱਖਣ ਸ਼ਾਹ ਨੇ ਪ੍ਰਗਟ ਕੀਤਾ। ਸਤਿਗੁਰੂ ਕਹਿੰਦੇ ਆਪਾਂ ਸਾਰਿਆਂ ਨੇ ਅੰਦਰੋਂ ਗੁਰੂ ਨੂੰ ਪ੍ਰਗਟ ਕਰਨਾ, ਅਤੇ ਉਹਦੀ ਜਾਂਚ ਸਾਡੇ ਇਤਿਹਾਸ ਨੇ ਦੱਸੀ ਹੈ। ਇਹੋ ਜਿਹੇ 4 ਵਾਰੀ ਵੱਡੇ ਮੌਕੇ ਬਣੇ ਹਨ, ਜਦੋਂ ਸਿੱਖ ਸੰਗਤਾਂ ਦੀ ਅੱਖ ਤੋਂ ਸਤਿਗੁਰੂ ਜੀ ਅਲੋਪ ਹੋ ਕੇ ਪਰਾਂ ਹੋ ਗਏ। ਸੰਗਤ ਸਤਿਗੁਰੂ ਦੇ ਦਰਸ਼ਨ ਕਰਨਾ ਚਾਹੁੰਦੀ ਏ, ਪਰ ਕਿਵੇਂ ਕਰੇ ਪਤਾ ਹੀ ਨਹੀਂ ਕਿੱਥੇ ਹਨ। ਇਹ ਪਤਾ ਹੀ ਪੂਰੇ ਸਤਿਗੁਰੂ ਦਾ ਨਾਂ ਪਤਾ ਹੈ, ਪਰ ਕਿੱਥੇ ਰਹਿੰਦੇ ਨੇ ਅਤੇ ਕਿਵੇਂ ਮਿਲ ਸਕਦੇ ਹਾਂ ਪਤਾ ਨਹੀਂ। ਇਹ ਬਚਨ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਕਿਰਪਾ ਕਰਕੇ ਗੁਰੂ ਕੇ ਪਿਆਰਿਓ 149 ਪੰਨੇ 'ਤੇ ਵੀ ਮਹਾਰਾਜ ਧੰਨ ਗੁਰੂ ਨਾਨਕ ਸਾਹਿਬ ਨੇ ਇੱਕ ਬਚਨ ਕੀਤੇ ਨੇ। ਕਹਿੰਦੇ ਚਾਰੇ ਕੁੰਡਾਂ ਦੇਖ ਅੰਦਰ ਭਾਲਿਆ। ਕਹਿੰਦੇ ਜੇ ਬੰਦਾ ਬਾਹਰੋਂ ਲੱਭਣ ਤੁਰੇਗਾ ਨਾ ਰੱਬ ਨੂੰ ਅਤੇ ਸਤਿਗੁਰੂ ਨੂੰ, ਕੁਛ ਨਹੀਂ ਮਿਲਣਾ। ਉਹਦਾ ਟਿਕਾਣਾ ਅੰਦਰ, ਇਹਨੂੰ ਅੰਦਰ ਭਾਲੋ।
ਉਹ ਅੰਦਰ ਰਹਿੰਦਾ। ਸੱਚੇ ਪੁਰਖ ਅਲੱਖ ਸਿਰਜ ਨਿਖਾਲਿਆ। ਉਹਨੇ ਸ੍ਰਿਸ਼ਟੀ ਨੂੰ ਦੀ ਸਿਰਜਣਾ ਕੀਤੀ ਤੇ ਅਕਾਲ ਪੁਰਖ ਸਾਡੀ ਰਚਨਾ ਕਰਕੇ ਪਾਸੇ ਨਹੀਂ ਹੋਇਆ, ਸਾਡੇ ਅੰਦਰ ਬੈਠਾ ਹੈ, ਸਾਨੂੰ ਨਿਖਾਲ ਰਿਹਾ, ਖੁਸ਼ੀ ਨਾਲ ਦੇਖ ਰਿਹਾ ਹੈ। ਉੱਜੜ ਭੁੱਲੇ ਰਾਹ ਗੁਰ ਵੇਖਾਲਿਆ। ਮਨ ਕੀ ਕਰਦਾ? ਇਹ ਸਾਨੂੰ ਉਜਾੜੀ ਰੱਖਦਾ, ਕਦੇ ਕਿੱਧਰ ਲਈ ਫਿਰਦਾ, ਕਦੇ ਕਿੱਧਰ ਲਈ ਫਿਰਦਾ। ਭੁੱਲੇ ਭਟਕਿਆਂ ਬਾਹਰ ਗੁਰੂ ਰਾਹ ਵਿਖਾਉਂਦਾ। ਸਤਿਗੁਰੂ ਦੱਸੋ, ਅਸੀਂ ਉਹਨੂੰ ਮਿਲਣਾ ਚਾਹੁੰਦੇ ਜੋ ਸਾਡੇ ਅੰਦਰ ਹੈ, ਅਸੀਂ ਉਹਦੇ ਲਈ ਕੀ ਕਰੀਏ? ਤੇ ਸਤਿਗੁਰੂ ਜੀ ਉਹਦਾ ਤਰੀਕਾ ਦੱਸਦੇ ਨੇ। ਸਾਹਿਬ ਕਹਿੰਦੇ ਸਤਿਗੁਰ ਸੱਚੇ ਵਾ ਸੱਚ ਸੰਭਾਲਿਆ। ਕਹਿੰਦੇ ਸਤਿਗੁਰੂ ਜੀ ਨੇ ਸ਼ਬਦ ਦਿੱਤਾ, ਵਾਹ ਗੁਰੂ ਵਾਹ ਗੁਰੂ। ਕਹਿੰਦੇ ਇਹ ਵਾਹ ਵਾਹ ਜਿੰਨੀ ਕਰੋਗੇ ਉਸ ਨੂੰ ਪਿਆਰ ਨਾਲ ਅੰਦਰ ਰੱਖ ਕੇ ਉਹਦੀ ਖੋਂਦ ਨੂੰ ਕੀ ਹੋਏਗਾ? ਇਹਦੇ ਨਾਲ ਗਰੀਬ ਨਵਾਜ ਪਿਤਾ ਦਾ ਬੱਚਾ ਨੇ। ਕਹਿੰਦੇ ਪਾਇਆ ਰਤਨ ਕਰਾਹੋ ਦੀਵਾ ਬਾਲਿਆ। ਇਹਨੂੰ ਵਿਚਾਰਨਾ ਲੋਕ ਬਾਹਰੋਂ ਲੱਭਦੇ ਨੇ, ਸਤਿਗੁਰੂ ਜੀ ਅੰਦਰੋਂ ਲੱਭਦੇ ਨੇ, ਕਿਉਂਕਿ ਪਰਮੇਸ਼ਰ ਸਤਿਗੁਰੂ ਜੀ ਦੋ ਨੇ। ਇਹ ਤਾਂ ਭਲਾ ਕਰਨ ਲਈ ਦੋ ਨਾਂ ਰੱਖੇ ਹੋਏ ਨੇ। ਅਕਾਲ ਪੁਰਖ ਆਪ ਹੀ ਆਸਾ ਜੀ ਦੀ ਵਾਰ ਹੈ ਨਾ, ਸਤਿਗੁਰ ਵਿੱਚ ਆਪ ਰੱਖਿਓ। ਪਰਮੇਸ਼ਰ ਜੀ ਸਤਿਗੁਰ ਵਿੱਚ ਬਿਰਾਜਮਾਨ ਨੇ। ਕਰ ਪ੍ਰਗਟ ਆਖ ਸੁਣਾਇਆ। ਇਹ ਗੱਲ ਲੁਕੋਈ ਨਹੀਂ, ਇਹਨੂੰ ਪ੍ਰਗਟ ਕਰਕੇ ਦੱਸਿਆ। ਫਿਰ ਵੀ ਪਤਾ ਨਹੀਂ ਅਸੀਂ ਕਿਉਂ ਭੁੱਲ ਜਾਂਦੇ ਹਾਂ। ਸਾਡਾ ਉਹ ਵਿਸ਼ਵਾਸ ਅਤੇ ਪਿਆਰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਲਈ ਉਸ ਤਰ੍ਹਾਂ ਦਾ ਕਿਉਂ ਨਹੀਂ ਬਣਦਾ? ਮਹਾਰਾਜ ਮਿਹਰ ਕਰਕੇ ਬਣਾਉਣ। ਮੈਂ ਬੇਨਤੀ ਕਰਨ ਲੱਗਾ ਸੀ, ਸਤਿਗੁਰੂ ਵਾਸਤੇ ਪਰਮੇਸ਼ਰ ਸਤਿਗੁਰੂ ਜੀ ਇੱਕੋ ਹੀ ਨੇ। ਕਹਿੰਦੇ ਉਹ ਅੰਦਰ ਬੈਠੇ ਨੇ ਅਤੇ ਉਸ ਤੱਕ ਪਹੁੰਚਣ ਲਈ ਨਾ ਤਾਂ ਗੱਲਾਂ ਨਾਲ ਪਹੁੰਚਾਂਗੇ, ਨਾ ਦੁਨਿਆਵੀ ਗਿਆਨ ਨਾਲ, ਨਾ ਧਾਰਮਿਕ ਗਿਆਨ ਨਾਲ। ਉਹਦੇ ਲਈ ਇੱਕੋ ਤਰੀਕਾ ਏ ਵਾਹਿਗੁਰੂ ਦਾ ਸਿਮਰਨ ਕਰਨਾ। ਜਿੰਨਾ ਸੰਭਾਲਾਂਗੇ ਉਹਦੇ ਨਾਲ ਘਰਾਹੋ ਦਾ ਅਰਥ ਏ ਘਰੋਂ ਹੀ ਰਤਨ, ਨੰਨੇ ਨੂੰ ਓਂਕਾੜੇ ਰਤਨ ਅਕਾਲ ਪੁਰਖ ਵਾਹਿਗੁਰੂ ਘਰੋਂ ਹੀ ਲੱਭ ਜਾਏਗਾ। ਕਿਵੇਂ ਲੱਭਦਾ? ਅੰਦਰ ਦੀਵਾ ਬਾਲਣਾ ਪੈਂਦਾ। ਉਹ ਦੀਵਾ ਸ਼ਬਦ ਦਾ। ਹੁਣ ਵੈਸੇ ਅੱਖ ਬੰਦ ਕਰਾਂਗੇ ਹਨੇਰਾ ਹੈ, ਪਰ ਜਦੋਂ ਨਾਮ ਦਾ ਦੀਵਾ ਬਲੇ ਫਿਰ ਅੰਦਰ ਹਨੇਰਾ ਨਹੀਂ ਰਹਿੰਦਾ, ਫਿਰ ਚਾਨਣ ਹੈ। ਉਹ ਸੁਰਤੀ ਚਾਨਣ ਵੇਖਦੇ, ਉਹ ਚਾਨਣ ਵਿੱਚ ਰੱਬ ਆਪ ਦਿਸਦਾ ਹੈ। ਕਹਿੰਦੇ ਉਹ ਅੰਦਰੋਂ ਦਿਸਦਾ। ਗੁਰੂ ਕੇ ਪਿਆਰਿਓ, ਇਹ ਸਤਿਗੁਰਾਂ ਦੀ ਮਿਹਰ, ਇਹ ਸਾਨੂੰ ਢੰਗ ਤਰੀਕੇ ਦੱਸੇ ਨੇ ਉਹਨੂੰ ਮਿਲਣ ਦੇ। ਮੱਖਣ ਸ਼ਾਹ ਅਰਦਾਸ ਕਰਦਾ ਏ, ਉਸ ਨੇ ਦੋ ਮੋਹਰਾਂ ਭੇਟ ਕੀਤੀਆਂ। ਜਦੋਂ ਜੁੜੀਏ ਨਾ ਤੇ ਯਤਨ ਕਰਨਾ ਸਾਡਾ ਫਰਜ਼ ਏ, ਮਿਲੇਗਾ ਉਹ ਆਪ ਹੀ ਵਿਧੀਆਂ ਬਣਾਉਂਦੇ। ਜਿਹੜਾ ਕਹਿਣ ਲੱਗਾ ਪੂਰਾ ਹੋਏਗਾ, ਮੇਰੇ ਅੰਦਰ ਦੀ ਵੇਦਨਾ ਦੱਸੇਗਾ। ਜਦੋਂ ਬਾਈਆਂ ਨੂੰ ਮੱਥਾ ਟੇਕਿਆ ਤੇ ਸਭ ਨੇ ਅਸੀਸਾਂ ਦਿੱਤੀਆਂ, ਪੈਸਾ ਵਧੇ, ਬੱਚੇ ਵਧਣ ਫੁੱਲਣ, ਦੁਨਿਆਵੀ। ਇਹਨੂੰ ਉਹਦੇ 'ਚੋਂ ਠੰਡ ਨਾ ਮਿਲੇ ਜਿਹੜੀ ਪੂਰੇ ਸਤਿਗੁਰੂ ਦੇ ਬਚਨਾਂ 'ਚੋਂ ਮਿਲਦੀ ਸੀ। ਆਖਿਆ ਕੋਈ ਹੋਰ ਵੀ ਹੈ? ਕਹਿੰਦੇ ਕਿ ਭੋਰੇ 'ਚ ਵੀ ਰਹਿੰਦਾ। ਜਦੋਂ ਉੱਥੇ ਗਏ ਸਤਿਗੁਰੂ ਦੇ ਦਰਸ਼ਨ ਕਰਦਿਆਂ ਸਾਰ ਹੀ ਠਰ ਗਿਆ, ਕਿਉਂਕਿ ਪੂਰਾ ਸੀ ਨਾ। ਪੂਰੇ ਦੇ ਦਰਸ਼ਨ ਨੇ ਅੰਦਰ ਠਾਰ ਕੇ ਰੱਖ ਦਿੱਤਾ, ਸ਼ੀਤਲਤਾ ਮਿਲ ਗਈ। ਇਹ ਤਾਂ ਪਿਆਰਿਓ ਰੂਹਾਨੀਅਤ ਦੀ ਕਹਾਣੀ ਐਸੀ ਹੈ, ਜੇ ਅੰਦਰ ਪਿਆਰ ਹੋਵੇ ਤਾਂ ਤੁਸੀਂ ਅੱਜ ਵੀ ਵੇਖ ਸਕਦੇ ਹੋ। ਇੱਥੋਂ ਬੈਠੇ ਬਾਹਰਲੇ ਮੁਲਕਾਂ 'ਚੋਂ ਜੇ ਕਿਧਰੇ ਸੱਚਖੰਡ ਹਰਿਮੰਦਰ ਸਾਹਿਬ ਲਈ ਪਿਆਰ ਆਵੇ, ਸੁਰਤੀ ਨਾਲ ਉਹਨਾਂ ਦੇ ਦਰਸ਼ਨ ਕੀਤਿਆਂ ਇੱਕਦਮ ਅੰਦਰ ਨੂੰ ਠੰਡ ਪੈਣੀ ਸ਼ੁਰੂ ਹੋ ਜਾਏਗੀ। ਮੈਂ ਬੇਨਤੀ ਕਰਨ ਲੱਗਾ ਸੀ, ਜਦੋਂ ਪੂਰੇ ਸਤਿਗੁਰਾਂ ਕੋਲ ਗਏ, ਠੰਡ ਪੈਂਦੀ ਏ, ਨਮਸਕਾਰ ਕਰਕੇ ਬਸ ਉਦੋਂ ਇੱਕ ਵਿਸਮਾਦੀ ਦੀ ਹਾਲਤ ਬਣ ਗਈ। ਪਰ ਅੰਦਰ ਅਜੇ ਉਹ ਸਵਾਲ ਖੜਾ ਹੈ। 5 ਮੋਹਰਾਂ ਭੇਟ ਕੀਤੀਆਂ। ਗਰੀਬ ਨਵਾਜ ਪਿਤਾ ਜੀ ਕਹਿਣ ਲੱਗੇ, ਵਾਹ ਭਾਈ, ਜੋ ਜ਼ੁਬਾਨ ਤੋਂ ਬਚਨ ਕਰੀਏ ਗੁਰੂ ਪਰਮੇਸ਼ਰ ਨਾਲ ਉਹ ਪੂਰਾ ਕਰੀਦਾ। 500 ਮੋਹਰਾਂ ਸੇਵਾ ਵਿੱਚ ਪਾਣੀਆਂ ਸੀ, ਕੇਵਲ 5 ਤੱਕ ਹੀ ਸੀਮਤ ਰਹਿ ਗਏ। ਇੱਕ ਦਰਸ਼ਨਾਂ ਦੇ ਤੀਰ ਸੀ। ਜਦੋਂ ਮਿੱਠੀ ਪਿਆਰੀ ਜ਼ੁਬਾਨ ਤੋਂ ਬਚਨ, ਉਹਨਾਂ ਨੇ ਅੰਦਰ ਦੇ ਕਪਾਟ ਹੀ ਖੋਲ੍ਹ ਕੇ ਰੱਖ ਦਿੱਤੇ। ਮੱਖਣ ਸ਼ਾਹ ਉਹ ਨਹੀਂ ਰਹਿ ਗਿਆ ਜੋ ਹੁਣ ਤੱਕ ਘੜੀ ਪਹਿਲਾਂ ਸੀ।
ਪਹਿਲਾ 6ਵੇਂ ਸਤਿਗੁਰਾਂ ਦੀ ਰਹਿਮਤ ਸੀ, 7ਵੇਂ ਦੀ 8ਵੀਂ ਪਾਤਸ਼ਾਹ ਦੇ ਦੀਦਾਰ ਨਹੀਂ ਕਰ ਸਕਿਆ। ਹੁਣ 9ਵੇਂ ਸਤਿਗੁਰਾਂ ਨੇ ਬਚਨ ਤੇ ਜਦੋਂ ਅੰਦਰੋਂ ਭੋਰੇ ਵਿੱਚੋਂ ਦਰਸ਼ਨ ਕੀਤੇ, ਬਸ ਉਦੋਂ ਕਪਾਟ ਖੁੱਲ੍ਹ ਗਏ। ਇਸ ਨੇ ਬਾਹਰ ਨਿਕਲ ਕੇ ਰੌਲਾ ਪਾਇਆ, ਗੁਰੂ ਲਾਧੋ ਰੇ, ਗੁਰੂ ਲਾਧੋ ਰੇ। ਸਤਿਗੁਰੂ ਲੱਭ ਪਿਆ, ਸਤਿਗੁਰੂ ਲੱਭ ਪਿਆ। ਜਿਹਨੂੰ ਵੀ ਮਿਲੇਗਾ ਨਾ ਉਹ ਕਦੇ ਛਿਪ ਕੇ ਨਹੀਂ ਰਹਿ ਸਕਦਾ, ਉਹਦਾ ਅੰਦਰ ਫੁੱਟ ਪਵੇਗਾ। ਜਿਵੇਂ ਸਤਿਗੁਰਾਂ ਦੇ ਬਚਨ ਨੇ ਨਾ, ਕਹਿੰਦੇ ਖਾਠਮ ਜਾਊ ਮਾਣਕ ਲੱਦਾ, ਮੁੱਲ ਨਾ ਕਿੱਦਾਂ ਮੈਂ ਕੋ ਸਤਿਗੁਰ ਦਿੱਤਾ, ਢੂੰਡ ਵਜਾਈ ਥੀਆ ਥਿੱਤਾ, ਜਨਮ ਪਦਾਰਥ ਨਾਨਕ ਜਿੱਤਾ। ਪੰਚਮ ਪਿਤਾ ਦੇ ਬਚਨ ਨੇ। ਇਹ 'ਚ ਹੱਠ ਦਾ ਅਰਥ ਹਿਰਦਾ, ਹਿਰਦੇ ਵਿੱਚੋਂ ਹੀ ਮਾਣਕ ਲੱਦਾ, ਮੈਂ ਲੱਭ ਲਿਆ ਗੁਰੂ ਪਰਮੇਸ਼ਰ ਨੂੰ। ਇਹ ਬਚਨ ਹੰਕਾਰ ਵਿੱਚੋਂ ਨਹੀਂ, ਦੁਨੀਆ ਨੂੰ ਦੱਸਣ ਲਈ ਨਹੀਂ, ਇਹ ਤਾਂ ਅੰਦਰ ਦਾ ਪਿਆਰ ਜੋ ਫੁੱਟ ਪੈਂਦਾ ਹੈ। ਕਹਿੰਦੇ ਭਾਈ ਸਤਿਗੁਰੂ ਪਰਮੇਸ਼ਰ ਮੁੱਲ ਨਹੀਂ ਮਿਲਦੇ ਵੀ ਅਸੀਂ 500 ਮੋਹਰਾਂ ਦਿੱਤੀਆਂ ਤੇ ਮਹਾਰਾਜ ਮਿਲ ਗਏ, ਨਹੀਂ। ਕਹਿੰਦੇ ਸਤਿਗੁਰ ਦਿੱਤਾ ਮੁੱਲ ਨਾ ਕਿੱਦਾਂ ਮੁੱਲ ਨਹੀਂ ਲਿਆ, ਇਹ ਤਾਂ ਸਤਿਗੁਰੂ ਨੇ ਤਰੁੱਠ ਕੇ ਮੈਨੂੰ ਆਪਣੇ ਦੀਦਾਰ ਦੇ ਦਿੱਤੇ ਨੇ। ਉਹ ਬਾਹਰੋਂ ਅੰਦਰੋਂ ਵੀ ਜਿਹਨੂੰ ਹੋਣਗੇ ਇਸੇ ਤਰ੍ਹਾਂ ਉਹਦੀ ਹਾਲਤ, ਕਹਿੰਦੇ ਜਿਹੜੀ ਅੰਦਰ ਦੀ ਭਟਕਣਾ ਸੀ ਨਾ ਉਹ ਹੁਣ ਮੁੱਕ ਗਈ ਜੇ, ਜਨਮ ਪਦਾਰਥ ਸਫਲ ਹੈ। ਮੈਂ ਬੇਨਤੀ ਕਰ ਰਿਹਾ ਸਾਂ, ਸਤਿਗੁਰੂ ਜੀ ਨੂੰ ਇੱਕ ਵਾਰ ਪ੍ਰਗਟ ਕੀਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ, ਇਹ ਸਾਨੂੰ ਸਮਝਣ ਲਈ ਕਹਿਣਾ ਪੈਂਦਾ ਏ। ਸਤਿਗੁਰੂ ਹੀ ਆਪ ਹੀ ਕਿਸੇ ਦੇ ਰਾਹੀਂ ਪ੍ਰਗਟ ਹੋ ਰਹੇ ਨੇ, ਉਹਨਾਂ ਨੂੰ ਮਾਣ ਦੇ ਰਹੇ ਨੇ। ਇਹ ਵੀ ਮਹਾਰਾਜ ਦੀ ਵਡਿਆਈ। ਜਦੋਂ ਗ੍ਰਿਫਤਾਰ ਹੋਣਾ ਸੀ ਉਦੋਂ ਵੀ ਇੱਕ ਗਰੀਬ ਪਰਿਵਾਰ ਉਹਦੇ ਅੰਦਰ ਫੁਰਨਾ ਬਣਿਆ, ਜੇ ਸਤਿਗੁਰਾਂ ਨੇ ਗ੍ਰਿਫਤਾਰ ਹੋਣਾ ਹੀ ਹੈ ਅਤੇ ਸਾਡੇ ਰਾਹੀਂ ਖੋਜਣ, ਸਾਨੂੰ ਹਕੂਮਤ ਕੋਲੋਂ ਬਹੁਤ ਸਾਰਾ ਇਨਾਮ ਪੈਸਾ ਮਿਲੇਗਾ। ਸਤਿਗੁਰੂ ਜੀ ਨੇ ਉਹਨਾਂ ਨੂੰ ਮੌਕਾ ਦਿੱਤਾ ਸੀ। ਉਹਨਾਂ ਦੇ ਘਰ ਵੀ ਮਾਲੋ ਮਾਲ ਹੋਏ, ਪੈਸੇ ਨਾਲ ਵੀ ਅਤੇ ਰੂਹਾਨੀਅਤ ਦੀ ਦੌਲਤ ਨਾਲ ਵੀ। ਮੈਂ ਬੇਨਤੀ ਕਰ ਰਿਹਾ ਸਾਂ, 4 ਮੌਕੇ ਨੇ। ਪਹਿਲਾਂ ਗੁਰੂ ਅੰਗਦ ਸਾਹਿਬ ਜਦੋਂ ਮਾਤਾ ਵਿਰਾਈ ਦੇ ਘਰ ਖਡੂਰ ਸਾਹਿਬ ਸੁਭਾਇਮਾਨ ਨੇ ਹੁਕਮ ਸੀ ਕਿਸੇ ਨੂੰ ਦੱਸਣਾ ਨਹੀਂ, ਮਾਂ ਅਸੀਂ ਤੇਰੇ ਘਰ ਹਾਂ। 6 ਮਹੀਨੇ ਗੁਜ਼ਰ ਗਏ, ਸੰਗਤ ਬਹੁਤ ਉਤਾਵਲੀ, ਸਤਿਗੁਰੂ ਦੇ ਦਰਸ਼ਨ ਕਿੱਥੋਂ ਕਰੀਏ। ਸੰਗਤ ਵਿਆਕੁਲ ਹੋਈ ਫਿਰਦੀ ਏ, ਕਦੇ ਰੋ ਪੈਂਦੇ, ਕਦੇ ਭਾਣੇ ਨੂੰ ਮੰਨ ਲੈਂਦੇ। ਕਹਿੰਦੇ ਬੜੀ ਮੁਸ਼ਕਲ ਨਾਲ ਯੁੱਗਾਂ ਬਾਅਦ ਕੋਈ ਪੂਰਾ ਸਤਿਗੁਰੂ ਮਿਲਿਆ ਸੀ, ਗੁਰੂ ਨਾਨਕ ਸਾਹਿਬ। ਉਹ ਕਹਿੰਦੇ ਸੀ ਜੋਤ ਜਗਾਈਏ, ਲੜ ਲਾ ਚੱਲੇ ਹਾਂ, ਉਹ ਦਿਸਦੇ ਨਹੀਂ। ਕੌਣ ਹੈ ਇਸ ਮਨੁੱਖਤਾ ਦਾ ਵਾਲੀ ਵਾਰਸ? ਸਾਡੇ ਦਿਲਾਂ ਨੂੰ ਠੰਡ ਪਾਉਣ ਵਾਲਾ ਕਿੱਥੇ ਲੁਕਿਆ ਹੈ? ਸਾਡੇ ਦਿਲਾਂ ਦਾ ਮਹਿਰਮ ਲੱਭਦਾ ਨਹੀਂ, ਕਮਲਿਆਂ ਵਾਂਗ ਉਹ ਲੱਭਦੇ ਫਿਰਦੇ ਨਹੀਂ। ਬਾਬਾ ਬੁੱਢਾ ਸਾਹਿਬ ਜੀ ਕੋਲ ਗਏ, ਜੀ ਤੁਸੀਂ ਸਾਡੀ ਮਦਦ ਕਰੋ। ਅੰਤਰ ਧਿਆਨ ਹੋਏ, ਸੰਗਤ ਨੂੰ ਲੈ ਕੇ ਖਡੂਰ ਸਾਹਿਬ ਪਹੁੰਚੇ। ਮਾਂ ਵਿਰਾਈ ਨੂੰ ਪੁੱਛਦੇ, ਮਾਂ ਸਾਡਾ ਸਤਿਗੁਰੂ ਦੀਨ ਦੁਨੀਆ ਦਾ ਮਾਲਕ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਘਰ ਬਿਰਾਜਮਾਨ ਨੇ। ਮਾਂ ਵਿਰਾਈ ਲਈ ਬਹੁਤ ਮੁਸ਼ਕਲ ਸੀ ਜਵਾਬ ਦੇਣਾ, ਕਿਉਂਕਿ ਸਤਿਗੁਰਾਂ ਦਾ ਹੁਕਮ ਹੈ ਦੱਸਣਾ ਨਹੀਂ। ਸੰਗਤ ਤੇ ਬਾਬਾ ਬੁੱਢਾ ਸਾਹਿਬ ਖਲੋਤੇ ਨੇ, ਪੁੱਛਦੇ ਨੇ, ਉਹਨਾਂ ਨੂੰ ਵੀ ਨਹੀਂ ਝੂਠ ਬੋਲ ਸਕਦੇ। ਕੀ ਕਰਾਂ? ਸਤਿਗੁਰੂ ਜੀ ਨੂੰ ਉਹਦਾ ਬਚਨ ਪਾਲਾਂ ਕਿ ਸੰਗਤ ਦਾ ਅੰਦਰੋਂ ਹੀ ਅੰਦਰ ਅਰਦਾਸ ਵਿੱਚ ਜੁੜ ਗਈ। ਜ਼ੁਬਾਨ ਬੰਦ ਹੈ ਪਰ ਨੇਤਰਾਂ 'ਚੋਂ ਜਲ ਹੈ, ਚਿਹਰੇ 'ਤੇ ਜਲਾਲ ਹੈ। ਬਾਬਾ ਬੁੱਢਾ ਸਾਹਿਬ ਕਹਿਣ ਲੱਗੇ, ਮਾਂ ਤੂੰ ਸਤਿਗੁਰੂ ਦੇ ਬਚਨ ਨੂੰ ਕਮਾ, ਸਤਿਗੁਰੂ ਨੇ ਜੋ ਤੁਹਾਨੂੰ ਕਿਹਾ ਹੁਕਮ ਕੀਤਾ ਹੈ। ਮਾਂ ਤੂੰ ਬੋਲ ਨਾ ਬੋਲ, ਪਰ ਸਾਡੇ ਸਤਿਗੁਰੂ ਤੇਰੇ ਹੀ ਘਰ ਟਿਕੇ ਹਨ। ਤੈਨੂੰ ਬੋਲ ਕੇ ਦੱਸਣ ਦੀ ਲੋੜ ਨਹੀਂ, ਤੇਰੇ ਚਿਹਰੇ ਦਾ ਜਲਾਲ ਦੱਸਦਾ ਵੀ ਤੇਰੇ ਘਰ ਅੰਦਰ ਸਤਿਗੁਰੂ ਬਿਰਾਜਮਾਨ ਨੇ। ਕਿਉਂਕਿ ਸਤਿਗੁਰੂ ਦੀ ਰਹਿਮਤ ਜਿਹਦੇ 'ਤੇ ਹੋ ਜਾਵੇ, ਉਹਦੇ ਚਿਹਰੇ ਤੋਂ ਪਛਾਣਿਆ ਜਾਂਦਾ ਵੀ ਇਹਦੇ ਅੰਦਰ ਰੰਗ ਲੱਗੇ ਮਾਇਆ ਦੇ ਕਿ ਨਾਮ ਦੇ। ਉਹਦੀ ਕਿੰਨੀ ਕੁ ਬਰਕਤ ਅਤੇ ਕਿੰਨੀ ਕੁ ਕਮਾਈ ਹੈ, ਇਹ ਚਮੜੀ ਦੱਸ ਦਿੰਦੀ ਹੈ। ਸਤਿਗੁਰੂ ਜੀ ਨੇ ਕਿਰਪਾ ਕੀਤੀ। ਬਾਬਾ ਬੁੱਢਾ ਸਾਹਿਬ ਸੰਗਤ ਨੂੰ ਕਹਿੰਦੇ, ਭਾਈ ਮਹਾਰਾਜ ਜੀ ਤਾਂ ਇੱਥੇ ਹੀ ਨੇ, ਪਰ ਉਹਨਾਂ ਤੱਕ ਪਹੁੰਚਣਾ ਕਿਵੇਂ ਹੈ, ਪ੍ਰਗਟ ਕਿਵੇਂ ਕਰਨਾ ਹੈ?
ਮੈਂ ਬੇਨਤੀ ਕਰ ਰਿਹਾ ਸਾਂ ਨਾ, ਗੁਰੂ ਪ੍ਰਗਟ ਕਿਵੇਂ ਕੀਤਾ ਜਾ ਸਕਦਾ ਹੈ। ਇਤਿਹਾਸ, ਗੁਰਬਾਣੀ, ਭਾਈ ਗੁਰਦਾਸ ਸਾਹਿਬ, ਭਾਈ ਨੰਦ ਲਾਲ ਸਾਹਿਬ, ਇੱਥੋਂ ਸਾਨੂੰ ਜਾਚਾਂ ਮਿਲਦੀਆਂ ਨੇ, ਜਾਂ ਪੁਰਾਣੇ ਬਜ਼ੁਰਗਾਂ ਕੋਲੋਂ, ਮਹਾਂਪੁਰਖਾਂ ਕੋਲੋਂ, ਕਮਾਈਆਂ ਵਾਲਿਆਂ ਕੋਲੋਂ, ਜੋ ਉਹਨਾਂ ਨੇ ਗੁਰੂ ਕੇ ਬਚਨ ਕਮਾਏ। ਕੀ ਜੁਗਤੀ ਵਰਤੀ ਬੜੀ ਪਿਆਰੀ ਦੱਸੀ ਗੁਰੂ ਤੱਕ ਪਹੁੰਚਣ ਦੀ। ਕਿਸੇ ਨੇ ਕਿਹਾ ਜੀ ਆਵਾਜ਼ ਮਾਰੋ, ਕਹਿਣ ਲੱਗੇ ਆਵਾਜ਼ ਨਾਲ ਕਦੇ ਸਤਿਗੁਰੂ ਪ੍ਰਗਟ ਨਹੀਂ ਹੁੰਦੇ, ਉੱਚੀ ਬੋਲਣ ਨਾਲ ਕਿ ਨਹੀਂ ਤੇ ਉੱਚੀ ਉੱਚੀ ਆਵਾਜ਼ਾਂ ਮਾਰਾਂਗੇ ਮਹਾਰਾਜ ਪ੍ਰਗਟ ਹੋਵੋ, ਨਹੀਂ, ਇਹ ਤਰੀਕੇ ਨਾਲ ਨਹੀਂ। ਸਤਿਗੁਰੂ ਜੀ ਨੇ ਜੋ ਜਾਚ ਦੱਸੀ ਉਹ ਕਰਾਂਗੇ ਜੀ। ਦਰਵਾਜ਼ਾ ਖੜਕਾਈਏ ਐਸਾ ਵੀ ਨਹੀਂ, ਪੁੱਟ ਦਈਏ ਨਹੀਂ, ਫਿਰ ਕੀ ਕਰੀਏ। ਕਹਿੰਦੇ ਗੁਰੂ ਕੇ ਸ਼ਬਦ ਦਾ ਜਾਪ ਕਰੋ, ਗੁਰਬਾਣੀ ਦਾ ਕੀਰਤਨ ਕਰੋ। ਜਿੱਥੇ ਗੁਰੂ ਸ਼ਬਦ ਦੀ ਆਵਾਜ਼ ਪਹੁੰਚੇਗੀ, ਗੁਰੂ ਨਾਨਕ ਸਾਹਿਬ ਦੀ ਬਾਣੀ ਦਾ ਸ਼ਬਦ ਸੁਣ ਕੇ ਸਤਿਗੁਰੂ ਖੁਦ ਪ੍ਰਗਟ ਹੋਣਗੇ। ਸਾਰੀ ਸੰਗਤ ਨੇ ਜਦੋਂ ਸ਼ਬਦ ਬੇਨਤੀ ਦੇ ਪੜ੍ਹ ਕੇ ਬੇਨਤੀਆਂ ਕੀਤੀਆਂ, ਕੀਰਤਨ ਸ਼ੁਰੂ ਕੀਤਾ, ਧੰਨ ਗੁਰੂ ਅੰਗਦ ਸਾਹਿਬ ਆਪ ਦਰਵਾਜ਼ਾ ਖੋਲ੍ਹ ਕੇ ਬਾਹਰ ਆਏ। ਬਿਲਕੁਲ ਇਹੀ ਤਰੀਕਾ ਹੈ ਪਿਆਰਿਓ। ਹਰਿਮੰਦਰ ਸਾਹਿਬ ਅੱਜ ਵੀ ਜਾਓ, ਰਾਤ ਨੂੰ ਦਰਸ਼ਨੀ ਡਿਓੜੀ ਦਾ ਦਰਵਾਜ਼ਾ ਬੰਦ ਹੁੰਦਾ ਹੈ। ਰਾਤ ਨੂੰ ਪਿਆਰ ਵਾਲੇ ਦਰਸ਼ਨਾਂ ਵਾਲੇ ਬਾਹਰ ਬੈਠ ਕੇ ਕੋਈ ਸੁਖਮਨੀ ਸਾਹਿਬ, ਕੋਈ ਜਪਜੀ ਸਾਹਿਬ ਦੇ ਪਾਠ ਕਰਦਾ ਹੈ, ਪਰ ਹਰਿਮੰਦਰ ਸਾਹਿਬ ਦੀ ਦਰਸ਼ਨੀ ਡਿਓੜੀ ਨੂੰ ਬਾਹਰੋਂ ਕੋਈ ਕੁੰਡਾ ਨਹੀਂ, ਅੰਦਰਲੇ ਪਾਸੇ ਕੁੰਡਾ ਹੈ। ਸੇਵਾਦਾਰ ਉੱਥੇ ਖੜਾ ਹੈ, ਪਹਿਰੇਦਾਰ, ਉਹ ਅੰਦਰੋਂ ਪਹਿਰੇਦਾਰ ਵਾਹਿਗੁਰੂ ਕਹਿੰਦਾ ਹੈ, ਬਾਹਰੋਂ ਗੁਰਬਾਣੀ ਸੰਗਤ ਪੜ੍ਹਨ ਵਾਲੀ ਖੜੀ ਇੱਕ ਕਤਾਰ ਬੰਨ੍ਹ ਕੇ ਉਹ ਕੁੰਡਾ ਖੋਲ੍ਹਦਾ ਏ ਤੇ ਬਾਰੀ ਛਾਣੀ ਇੱਕ ਇੱਕ ਪ੍ਰਾਣੀ ਅੱਗੇ ਟੱਪੀ ਜਾ ਰਿਹਾ ਹੈ। ਇਸੇ ਤਰ੍ਹਾਂ ਜਦੋਂ ਅਸੀਂ ਗੁਰਬਾਣੀ ਦਾ ਸ਼ਬਦ ਪੜ੍ਹਾਂਗੇ ਬਾਹਰੋਂ, ਵੱਧ ਤੋਂ ਵੱਧ ਅੰਦਰੋਂ ਹੀ ਸਤਿਗੁਰੂ ਜੀ, ਵਾਹਿਗੁਰੂ ਜੀ ਕੁੰਡਾ ਖੋਲ੍ਹ ਕੇ ਕਹਿਣਗੇ ਅੰਦਰ ਆ ਜਾਓ। ਇਹ ਕਾਰਨ ਹੈ ਨਾ, ਜਦੋਂ ਕੋਈ ਗੁਰਬਾਣੀ ਪੜ੍ਹਦਾ, ਸ਼ਬਦ ਪੜ੍ਹਦਾ, ਉਹਦੇ ਨੇਤਰ ਬਦੋ ਬਦੀ ਬੰਦ ਹੁੰਦੇ, ਉਹਦੀ ਸੁਰਤੀ ਅੰਦਰ ਚਲੀ ਜਾਂਦੀ, ਐਵੇਂ ਤਾਂ ਨਹੀਂ ਨਾ ਜਾਂਦੀ। ਅੰਦਰੋਂ ਕੋਈ ਜਿਉਂਦੀ ਜਾਗਦੀ ਚੀਜ਼, ਕੋਈ ਅੰਦਰੋਂ ਸੁੱਖ ਸਾਗਰ, ਆਨੰਦ ਸਰੂਪ ਅੰਦਰੋਂ ਕੋਈ ਖਿੱਚ ਪਾਉਂਦਾ ਹੈ। ਤੋ ਬੇਨਤੀ ਕਰ ਰਿਹਾ ਸੀ, ਇੱਥੋਂ ਪਤਾ ਲੱਗਦਾ ਆਪਾਂ ਕੀ ਕਰਨਾ। ਗੁਰੂ ਸ਼ਬਦ ਰਾਹੀਂ ਪ੍ਰਗਟ ਕਰਨ ਦਾ ਢੰਗ ਦੱਸਿਆ। ਜਦੋਂ ਗੁਰੂ ਅਮਰਦਾਸ ਪਿਤਾ ਜੀ ਨੂੰ ਬਾਬਾ ਦਾਤੂ ਜੀ ਨੇ ਲੱਤ ਮਾਰੀ, ਬਾਸਰ ਕੇ ਚਲੇ ਗਏ, ਉੱਥੇ ਜਾ ਕੇ ਇੱਕ ਕਮਰੇ 'ਚ ਬਹਿ ਗਏ, ਹੁਕਮ ਕੀਤਾ ਕੋਈ ਵੀ ਸਾਡਾ ਦਰਵਾਜ਼ਾ ਨਹੀਂ ਖੋਲ੍ਹੇਗਾ, ਜਿਹੜਾ ਖੋਲ੍ਹੇਗਾ ਉਸ ਲਈ ਸਤਿਗੁਰੂ ਜੀ ਨੇ ਸ਼ਬਦ ਇਹੋ ਜਿਹੇ ਵਰਤੇ, ਪਿਤਾ ਕਿ ਦੁਨੀਆ ਡਰਤੀ ਦਰਵਾਜ਼ਾ ਨਾ ਖੋਲ੍ਹੇ। ਸੰਗਤ ਨੇ ਫਿਰ ਬੇਨਤੀ ਕੀਤੀ ਸੀ, ਮਹਾਰਾਜ ਕਿਰਪਾ ਕਰੋ, ਕਿੱਥੋਂ ਲੱਭੀਏ। ਬਾਬਾ ਬੁੱਢਾ ਸਾਹਿਬ ਜੀ ਕੋਲ ਗਏ। ਹੁਣ ਬਾਬਾ ਬੁੱਢਾ ਸਾਹਿਬ ਨੇ ਆਖਿਆ, ਜਿਸ ਘੋੜੀ 'ਤੇ ਗੁਰੂ ਅਮਰਦਾਸ ਪਿਤਾ ਜੀ ਸਵਾਰ ਹੁੰਦੇ ਸਨ, ਉਹ ਘੋੜੀ ਨੂੰ ਪੁੱਛੀਏ। ਘੋੜੀ ਨੂੰ ਲਾਇਆ ਅੱਗੇ, ਆਪ ਨੇ ਹੁਣ ਕਲਾ ਤੇ ਵਰਤਣੀ ਹੈ, ਪਰ ਢੰਗ ਨਹੀਂ ਨਾ, ਤਰੀਕੇ। ਘੋੜੀ 'ਤੇ ਸੰਗਤ ਤੁਰੀ ਗਈ, ਆਪਣੇ ਸਮਰੱਥ ਗੁਰੂ ਦੇ ਕੋਲ ਪਹੁੰਚ ਗਈ। ਕਹਿਣ ਲੱਗੇ ਸਤਿਗੁਰੂ ਇੱਥੇ ਹੀ ਨੇ। ਉੱਥੇ ਲਿਖਿਆ ਸੀ ਕੋਈ ਦਰਵਾਜ਼ਾ ਨਹੀਂ ਖੋਲ੍ਹੇਗਾ। ਬਾਬਾ ਬੁੱਢਾ ਸਾਹਿਬ ਕਹਿਣ ਲੱਗੇ ਸੱਚ ਕਿਹਾ ਨੇ, ਦਰਵਾਜ਼ੇ ਖੋਲ੍ਹਿਆਂ 'ਤੇ ਨਹੀਂ ਗੁਰੂ ਪਰਮੇਸ਼ਰ ਮਿਲਦਾ, ਇਹ ਦਰਵਾਜ਼ੇ ਖੋਲ੍ਹ ਕੇ ਬੰਦੇ ਮਿਲਦੇ ਨੇ। ਕਹਿੰਦੇ ਮਹਾਰਾਜ ਦਾ ਬਚਨ ਹੈ, ਆਪਾਂ ਪਾਲਦੇ। ਪਿੱਛੋਂ ਸੰਨ ਲਾਈ, ਕੰਧ ਪਾੜੀ, ਉਹਦੇ ਵਿੱਚੋਂ ਲੰਘ ਕੇ ਜਾ ਨਮਸਕਾਰ ਕੀਤੀ। ਧੰਨ ਗੁਰੂ ਅਮਰਦਾਸ ਮਹਾਰਾਜ, ਕਰੋ ਕਿਰਪਾ, ਸੰਗਤਾਂ ਵਿਆਕੁਲ ਨੇ, ਜਗਤ ਜਲੰਦਾ ਜਲ ਰਿਹਾ ਏ, ਇਹਨੂੰ ਠਾਰੋ। ਗੁਰੂ ਸਾਹਿਬ ਪ੍ਰਸੰਨ ਹੋਏ। ਪਰ ਸਾਨੂੰ ਬਾਬਾ ਬੁੱਢਾ ਸਾਹਿਬ ਨੇ ਜਾਚ ਦੱਸ ਦਿੱਤੀ, ਜੇ ਦੁਨੀਆਦਾਰ ਨੂੰ ਮਿਲਣਾ ਹੋਵੇ ਤੇ 9 ਦਰਵਾਜ਼ਿਆਂ ਛਾਣੀ, ਰੱਬ ਤੇ ਗੁਰੂ ਨੂੰ ਲੱਭਣਾ ਹੋਵੇ ਤਾਂ ਗੁਪਤ ਦਰਵਾਜ਼ਾ ਖੋਲ੍ਹਣਾ ਪੈਂਦਾ। ਉੱਥੇ ਕੰਧ ਨੂੰ ਸੰਨ ਲਾਈ ਸੀ ਪਿਛਲੇ ਪਾਸਿਓਂ, ਇੱਥੇ ਬੰਦਗੀ ਕਰ ਕਰਕੇ ਦਸਮ ਦੁਆਰ ਨੂੰ ਖੋਲ੍ਹਣਾ ਪੈਂਦਾ ਹੈ। ਮਹਾਰਾਜ ਦੇ ਬਚਨ ਨੇ ਨਾ, ਸਾਹਿਬ ਕਹਿੰਦੇ ਖਾਰ ਜੀਓ ਗੁਫਾ ਅੰਦਰ ਰੱਖ ਕੇ, ਵਾਜਾ ਪਵਨ ਵਜਾਇਆ, ਵਜਾਇਆ ਵਾਜਾ ਪੌਣ, 9 ਦੁਆਰੇ ਪ੍ਰਗਟ ਕੀਏ, 10ਵਾਂ ਗੁਪਤ ਰਖਾਇਆ, ਗੁਰਦੁਆਰੇ ਲਾਏ ਪਾਵਨੀ, ਇੱਕ ਨਾ 10ਵਾਂ ਦੁਆਰ ਦਿਖਾਇਆ। ਇਹ ਗੁਪਤ ਦਰਵਾਜ਼ਾ ਕਿਵੇਂ ਦਿਸਦਾ ਏ?
ਉਹ ਹੈ ਜਿਉਂ-ਜਿਉਂ ਸਤਿਗੁਰੂ ਦੇ ਘਰ ਨਾਲ ਭਾਵਨਾ ਤੇ ਸ਼ਰਧਾ ਬਣਾ ਕੇ ਜੁੜਾਂਗੇ, ਜਪਾਂਗੇ, ਉਹ ਮਹਾਰਾਜ ਦਿਖਾਉਂਦੇ ਨੇ ਦਸਮ ਦੁਆਰ, ਤੈ ਅਨੇਕ ਰੂਪ ਨਾਉ ਨਵਨਿਧ, ਤਿਸ ਦਾ ਅੰਤ ਨ ਜਾਈ ਪਾਇਆ। ਉੱਥੇ ਕੀ ਕੋਜੇ ਫੇਰ, ਇਹ ਤਾਂ ਜਿਹਨੂੰ ਦੇਵੇ ਦਾਤ ਦੱਸ ਸਕਦਾ ਹੈ। ਤੋ ਆਪਾਂ ਨੂੰ ਹੁਕਮ ਹੈ ਭਾਈ, ਜਪੀਏ ਤੇ ਦਸਮ ਦੁਆਰ ਖੋਲੀਏ, ਜਿਹਦੇ ਰਾਹੀਂ ਉਹਦੇ ਘਰ ਤੱਕ ਪਹੁੰਚੀਦਾ ਹੈ। ਰੋਜ਼ ਸਤਿਗੁਰਾਂ ਦੇ ਬਚਨ ਸੁਣਦੇ ਆਪਾਂ ਆਨੰਦ ਸਾਹਿਬ ਦੇ ਅੰਦਰ ਇਹਨੂੰ ਕਮਾਈਏ। ਤੀਸਰੀ ਵਾਰ ਸੀ ਜਦੋਂ 6ਵੇਂ ਗੁਰਦੇਵ ਪਿਤਾ ਜੀ ਗਵਾਲੀਅਰ ਦੇ ਕਿਲੇ ਵਿੱਚ ਸਨ, ਉਦੋਂ ਬਾਬਾ ਬੁੱਢਾ ਸਾਹਿਬ ਜੀ ਹੋਰਾਂ ਨੇ ਚੌਂਕੀਆਂ ਪ੍ਰਾਰੰਭ ਕੀਤੀਆਂ ਸੀ। ਪਿੰਡ ਪਿੰਡ ਸ਼ਹਿਰਾਂ ਵਿੱਚ ਕੁਝ ਸੰਗਤਾਂ ਬਾਣੀ ਪੜ੍ਹਦੀਆਂ ਗਵਾਲੀਅਰ ਦੇ ਕਿਲੇ ਤੱਕ ਪਹੁੰਚਦੀਆਂ, ਕੁਝ ਸੰਗਤਾਂ ਹਰਿਮੰਦਰ ਸਾਹਿਬ ਦੀਆਂ ਪਰਿਕਰਮਾ ਕਰਦੀਆਂ। ਇਹ ਕਾਰਨ ਸੀ ਸ਼ਬਦ ਦੀ ਗੂੰਜ ਪਾਈ ਸੀ। ਗੁਰੂ ਹਰਗੋਬਿੰਦ ਪਿਤਾ ਜੀ ਨੂੰ ਰਿਖਾ ਕਰਨ ਲਈ ਬਾਦਸ਼ਾਹ ਮਜਬੂਰ ਹੋਇਆ ਵੀ ਸਾਰਾ ਦੇਸ਼ ਹੀ ਸੜਕਾਂ 'ਤੇ ਆ ਗਏ। ਭਾਈ ਜੇਠਾ ਜੀ ਵਰਗਾ ਉਹਨੂੰ ਸ਼ੇਰ ਦੇ ਰੂਪ ਅੰਦਰ ਦਿਸ ਰਿਹਾ ਹੈ, ਕੰਬ ਗਿਆ ਏ। ਉਹ ਕਹਿੰਦਾ ਜਾਓ। ਸਤਿਗੁਰੂ ਕਹਿੰਦੇ ਇਕੱਲੇ ਨਹੀਂ, 52 ਰਾਜਿਆਂ ਨੂੰ ਛੁਡਾ ਕੇ ਵਾਪਸ ਆਏ। ਜਦੋਂ ਚੌਂਕੀ ਦੇ ਦਰਸ਼ਨ ਕੀਤੇ, ਪ੍ਰਸੰਨ ਹੋਏ ਨੇ। ਅਗਲੇ ਦਿਨਾਂ ਨਿਕਲੀ। ਮਹਾਰਾਜ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਪੁੱਛਦੇ, ਭਾਈ ਕੱਲ੍ਹ ਜਿਵੇਂ ਸੰਗਤਾਂ ਸ਼ਬਦ ਪੜ੍ਹਦੀਆਂ ਸਨ, ਨਾਲ ਤੁਰਦੀਆਂ ਸਨ, ਤੇ ਅੱਜ ਕਿਉਂ ਨਹੀਂ? ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ, ਜੀ ਤੁਹਾਡੇ ਦਰਸ਼ਨਾਂ ਵਾਸਤੇ ਪੜ੍ਹਦੇ ਸਾਂ, ਦਰਸ਼ਨ ਖੋ ਗਏ, ਅੱਜ ਚੌਂਕੀ ਤਾਂ ਨਹੀਂ ਕੱਢੀ। ਸਤਿਗੁਰੂ ਕਹਿਣ ਲੱਗੇ, ਨਹੀਂ, ਇਹ ਸਦਾ ਲਈ ਤਰੀਕਾ ਯਾਦ ਰੱਖਣਾ ਹੈ। ਚੌਂਕੀਆਂ ਜੁਗੋ ਜੁਗ ਅਟਲ, ਹਮੇਸ਼ਾ ਲਈ ਇਹ ਚੌਂਕੀ ਨਿਕਲੇਗੀ ਜੋ ਬਾਬਾ ਬੁੱਢਾ ਸਾਹਿਬ ਨੇ ਪ੍ਰਾਰੰਭ ਕਰਵਾਈਏ। ਇਹ ਚੌਂਕੀ ਵਿੱਚ ਅਸੀਂ ਖੁਦ ਵੀ ਸ਼ਾਮਲ ਹੋਇਆ ਕਰਾਂਗੇ। ਉਹ ਅੱਜ ਵੀ ਚੌਂਕੀ ਹਰ ਰੋਜ਼ ਨਿਕਲਦੀ। ਕਹਿਣ ਤੋਂ ਮੁਰਾਦ ਗੁਰੂ ਅੰਗਦ ਸਾਹਿਬ ਤੱਕ ਪਹੁੰਚੇ ਸ਼ਬਦ ਰਾਹੀਂ। ਗੁਰੂ ਅਮਰਦਾਸ ਪਿਤਾ ਦੇ ਦਰਸ਼ਨ ਕੀਤੇ ਤੇ ਪਿਆਰਿਓ, ਉਹ ਸ਼ਬਦ ਦੇ ਰਾਹੀਂ ਦੇਈ ਘੋੜੀ ਹੈ, ਇਹਦੇ ਨਾਲ ਸ਼ਬਦ ਦਾ ਅਭਿਆਸ ਕਰਾਂਗੇ, ਇਹ ਆਪੇ ਉਸ ਘਰ ਤੱਕ ਲੈ ਕੇ ਜਾਏਗੀ। 6ਵੇਂ ਪਿਤਾ ਜੀ ਤੱਕ ਸ਼ਬਦ ਦੇ ਰਾਹੀਂ। ਤੇ ਬਾਬਾ ਮੱਖਣ ਸ਼ਾਹ ਹੋਰਾਂ ਨੇ ਉਸੇ ਸ਼ਬਦ ਦੀ ਟੇਕ ਲੈ ਕੇ ਅਰਦਾਸ ਕਰਕੇ, ਮੋਹਰਾਂ ਦੇ ਰਾਹੀਂ ਪਖੰਡ ਨੂੰ ਪਰਾਂ ਕਰਕੇ ਸੱਚੇ ਗੁਰੂ ਤੱਕ ਪਹੁੰਚੇ ਨੇ। ਸੇਵਾ ਤੇ ਸਿਮਰਨ ਦੋਵੇਂ ਚੀਜ਼ਾਂ ਸਤਿਗੁਰੂ ਤੱਕ ਲੈ ਕੇ ਜਾਂਦੀਆਂ ਜੇ। ਸਿਮਰਨ ਕਰਨ ਵਾਲਾ ਨੂੰ ਸੇਵਾ ਕਰੇਗਾ, ਢੰਗ ਹੋਏਗਾ, ਕਿਸੇ ਦਾ ਦਿਲ ਵੀ ਨਾ ਦੁਖੇ ਤੇ ਆਪਣੀ ਮੰਜ਼ਿਲ 'ਤੇ ਪਹੁੰਚੇ। ਸੇਵਾ ਕਰੀਏ ਪਰ ਮੰਜ਼ਿਲ ਹੋਵੇ ਉਹਨੂੰ ਮਿਲਣ ਦੀ, ਸਿਮਰਨ ਕਰੀਏ ਮੰਜ਼ਿਲ ਹੋਵੇ ਉਹਨਾਂ ਨੂੰ ਮਿਲਣ ਦੀ। ਇਸ ਕਰਕੇ ਗੁਰੂ ਕੇ ਪਿਆਰਿਓ, ਆਓ ਬਾਬਾ ਮੱਖਣ ਸ਼ਾਹ ਜੀ ਹੋਰਾਂ ਦੇ ਰਾਹੀਂ ਗੁਰੂ ਤੇਗ ਬਹਾਦਰ ਸਾਹਿਬ ਪਿਤਾ ਜੀ ਜਦੋਂ ਬਾਬੇ ਬਕਾਲੇ ਸਾਹਿਬ ਅੰਦਰ ਪ੍ਰਗਟ ਹੁੰਦੇ ਸੰਗਤ ਦੇ ਸਾਹਮਣੇ, ਸੰਗਤ ਨੂੰ ਚਾਅ ਚੜ੍ਹਦਾ ਹੈ, ਪਰ ਦੁਖੀਆਂ ਨੂੰ ਦੁੱਖ ਲੱਗਦਾ ਹੈ। ਆਪਾਂ ਕੱਲ੍ਹ ਦੇ ਦੀਵਾਨ ਵਿੱਚ ਫਿਰ ਵੇਖਾਂਗੇ ਵੀ ਜਦੋਂ ਸਤਿਗੁਰੂ ਜੀ ਪ੍ਰਗਟ ਹੁੰਦੇ ਹਨ, ਉਹਨਾਂ ਦੇ 4 ਚਫੇਰੇ ਪਾਖੰਡ ਕਿਉਂ? ਸੱਚ ਵਿਚਕਾਰ ਟਿਕਿਆ, ਝੂਠ 4 ਚਫੇਰੇ ਹੈ। ਅਸੀਂ ਵੇਖਾਂਗੇ ਸੱਚ ਹਮੇਸ਼ਾ 4 ਚਫੇਰੇ ਝੂਠ ਨੂੰ ਕਿਉਂ ਰੱਖਦਾ ਹੈ? ਕੀ ਇਹ ਸਾਰਾ ਕੁਝ ਮਾੜਾ ਕਿ ਚੰਗਾ ਹੈ? ਇਹਦੇ ਬਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਚਨ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਪਰਉਪਕਾਰ ਇਸ ਘਟਨਾ ਨੂੰ ਅਜੇ ਹੋਰ ਪੱਖ ਤੋਂ ਦਰਸ਼ਨ ਕਰਾਂਗੇ। ਬਾਬਾ ਬਕਾਲਾ ਸਾਹਿਬ ਜੀ ਦੀ ਧਰਤੀ 'ਤੇ ਸਤਿਗੁਰੂ ਮਿਹਰਾਂ ਕਰਨ। ਅਸੀਂ ਵੀ ਸਤਿਗੁਰੂ ਪਰਮੇਸ਼ਰ ਨੂੰ ਅੰਦਰੋਂ ਪ੍ਰਗਟ ਕਰਨਾ, ਉਹਨਾਂ ਨੂੰ ਮਿਲਣਾ। ਇਹ ਸਾਡੀ ਜ਼ਿੰਦਗੀ ਦਾ ਨਿਸ਼ਾਨਾ ਹੈ। ਉਹਨੂੰ ਨਿਸ਼ਾਨਾ ਬਣਾਈਏ, ਉਧਰ ਤੁਰੀਏ ਤਾਂ ਕਿ ਇਸ ਜੀਵਨ ਨੂੰ ਸੁਖੇਲਾ ਸਫਲਾ ਕਰ ਸਕੀਏ ਜੀ। ਇੰਨੇ ਬਚਨ ਪ੍ਰਵਾਨ ਕਰਨੇ। ਕੁਝ ਸਮਾਂ ਸਿਮਰਨ ਰਾਹੀਂ ਆਪ ਜੀ ਜੁੜੋ ਜੀ। ਵਾਹਿਗੁਰੂ 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 ਵਾਹਿਗੁਰੂ। 'ਵਾਹਿਗੁਰੂ